हेलो स्टूडेंट्स, ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਜਿਹੜਾ ਟੌਪਿਕ ਡਿਸਕਸ ਕਰਨ ਜਾ ਰਹੇ ਹਾਂ that is a profit maximization in a transportation problem। ਹੁਣ ਤੱਕ ਜਿੰਨੇ ਵੀ ਆਪਾਂ ਟੌਪਿਕ ਡਿਸਕਸ ਕੀਤੇ ਨੇ ਉਹਨਾਂ ਦੇ ਵਿੱਚ ਹਰ ਪ੍ਰੋਬਲਮ ਦੇ ਵਿੱਚ ਆਪਾਂ ਜਿਹੜਾ ਕਨਸੈਪਟ ਲਿਆ ਵਾ ਉਹ ਲਿਆ ਸੀ ਲਾਸ ਮੈਟ੍ਰਿਕਸ ਦਾ। ਮੀਨਸ ਜਿੰਨੇ ਵੀ ਕੁਐਸਚਨ ਸੀ ਉਹ ਸਾਰੇ ਦੇ ਸਾਰੇ ਲਾਸ ਮੈਟ੍ਰਿਕਸ ਵਾਲੇ ਸੀ। ਮੀਨਸ ਉਹਦੇ ਵਿੱਚ ਕਿਤੇ ਨਾ ਕਿਤੇ ਜੋ ਵੀ ਤੁਹਾਨੂੰ ਵੈਲਿਊਜ਼ ਗਿਵਨ ਸੀਗੀਆਂ ਉਹ ਸਾਰੀਆਂ ਵੈਲਿਊਜ਼ ਕਾਸਟ ਗਿਵਨ ਹੁੰਦੀ ਸੀ ਔਰ ਕਾਸਟ ਨੂੰ ਆਪਾਂ ਹਮੇਸ਼ਾ ਮਿਨੀਮਾਈਜ਼ ਕਰਨਾ ਹੁੰਦਾ ਹੈ। ਬਟ ਜੇ ਜਿਹੜੀ ਪ੍ਰੋਬਲਮ ਤੁਹਾਨੂੰ ਗਿਵਨ ਹੈ ਉਹਦੇ ਵਿੱਚ ਤੁਹਾਨੂੰ ਪ੍ਰੋਫਿਟ ਗਿਵਨ ਹੋਵੇ, ਮੀਨਸ ਪ੍ਰੋਫਿਟ ਨੂੰ ਆਪਾਂ ਕੀ ਕਰਾਂਗੇ, ਮੈਕਸੀਮਾਈਜ਼। ਜੇ ਆਪਾਂ ਕਾਸਟ ਨੂੰ ਮਿਨੀਮਾਈਜ਼ ਕਰਨ ਤੇ ਆਰਗੇਨਾਈਜੇਸ਼ਨ ਨੂੰ ਬੈਨੀਫਿਟ ਹੋ ਰਿਹਾ ਤਾਂ ਇਸੇ ਤਰ੍ਹਾਂ ਪ੍ਰੋਫਿਟ ਨੂੰ ਮੈਕਸੀਮਾਈਜ਼ ਕਰਨ ਦੇ ਉੱਤੇ ਆਰਗੇਨਾਈਜੇਸ਼ਨ ਨੂੰ ਬੈਨੀਫਿਟ ਹੋਵੇਗਾ। ਇਸ ਲਈ ਪ੍ਰੋਫਿਟ ਮੈਕਸੀਮਾਈਜੇਸ਼ਨ ਕੁਐਸਚਨ ਦੇ ਵਿੱਚ ਮੀਨਸ ਜੇ ਤੁਹਾਨੂੰ ਮੈਟ੍ਰਿਕਸ ਦੇ ਵਿੱਚ ਕਾਸਟ ਦੀ ਜਗ੍ਹਾ ਤੇ ਪ੍ਰੋਫਿਟ ਗਿਵਨ ਹੈ ਤਾਂ ਤੁਸੀਂ ਉਸ ਕੁਐਸਚਨ ਨੂੰ ਕਿਸ ਤਰ੍ਹਾਂ ਸੋਲਵ ਕਰੋਗੇ, ਟਰਾਂਸਪੋਰਟੇਸ਼ਨ ਪ੍ਰੋਬਲਮ ਨੂੰ ਕਿਸ ਤਰ੍ਹਾਂ ਸੋਲਵ ਕਰੋਗੇ, ਇਹ ਟੌਪਿਕ ਅੱਜ ਆਪਾਂ ਡਿਸਕਸ ਕਰਾਂਗੇ ਇਸ ਵੀਡੀਓ ਦੇ ਵਿੱਚ। A method for solving maximization case would be to convert the problem into a minimization case. The method is to select the largest element from the profit payoff matrix and then subtracting all the elements from this largest element including itself. The reduced matrix so obtained becomes the minimization case and it can be solved by any of the method as explained earlier, that is northwest corner method, lowest cost method and Vogel's approximation method. ਇਸ ਟਰਾਂਸਪੋਰਟੇਸ਼ਨ ਮੈਥਡ ਮੀਨਸ ਟਰਾਂਸਪੋਰਟੇਸ਼ਨ ਪ੍ਰੋਬਲਮ ਦੇ ਵਿੱਚ ਜੇ ਤੁਹਾਨੂੰ ਪ੍ਰੋਫਿਟ ਮੈਕਸੀਮਾਈਜੇਸ਼ਨ ਦਾ ਕੁਐਸਚਨ ਹੈ ਤਾਂ ਉਹਦੇ ਵਿੱਚ ਆਪਾਂ ਕੀ ਕਰਾਂਗੇ, ਸਭ ਤੋਂ ਪਹਿਲਾਂ ਆਪਾਂ ਉਸ ਕੇਸ ਦੇ ਵਿੱਚ ਪੂਰੇ ਮੈਟ੍ਰਿਕਸ ਦੇ ਵਿੱਚੋਂ ਸਭ ਤੋਂ ਲਾਰਜੈਸਟ ਐਲੀਮੈਂਟ ਫਾਈਂਡ ਕਰਾਂਗੇ। ਉਸ ਲਾਰਜੈਸਟ ਐਲੀਮੈਂਟ ਦੇ ਵਿੱਚੋਂ ਸਾਰੇ ਐਲੀਮੈਂਟ 1 ਬਾਏ 1 ਸਬਟਰੈਕਟ ਕਰਾਂਗੇ ਔਰ ਜਿਹੜਾ ਨਵਾਂ ਮੈਟ੍ਰਿਕਸ ਉਹਦੇ ਨਾਲ ਬਣੂਗਾ ਦੈਟ ਇਜ਼ ਕਾਲਡ ਲਾਸ ਮੈਟ੍ਰਿਕਸ। ਮੀਨਸ ਫਿਰ ਆਪਾਂ ਉਸ ਲਾਸ ਮੈਟ੍ਰਿਕਸ ਦੇ ਬੇਸਿਸ ਦੇ ਉੱਪਰ ਫਰਦਰ ਆਪਾਂ ਉਹਦੇ ਤੇ ਨਾਰਥ ਵੈਸਟ ਕਾਰਨਰ ਮੈਥਡ ਜਾਂ ਲੋਐਸਟ ਕਾਸਟ ਮੈਥਡ ਜਾਂ ਵੈਮ ਮੈਥਡ ਲਗਾ ਕੇ ਇਨੀਸ਼ੀਅਲ ਸੋਲੂਸ਼ਨ ਫਾਈਂਡ ਕਰਾਂਗੇ। ਦੈਨ ਆਪਾਂ ਉਸੇ ਮੈਥਡ ਦੇ ਉੱਪਰ ਫਰਦਰ ਮੋਦੀ ਮੈਥਡ ਜਾਂ ਸਟੈਪਿੰਗ ਸਟੋਨ ਮੈਥਡ ਲਗਾ ਕੇ ਆਪਟੀਮਿਲਿਟੀ ਟੈਸਟ ਲਗਾਵਾਂਗੇ। ਮੀਨਸ ਪ੍ਰੋਫਿਟ ਮੈਕਸੀਮਾਈਜੇਸ਼ਨ ਦਾ ਕੁਐਸਚਨ ਸੋਲਵ ਕਰਨ ਲਈ ਪਹਿਲਾਂ ਆਪਾਂ ਨੂੰ ਲਾਸ ਮੈਟ੍ਰਿਕਸ ਕ੍ਰੀਏਟ ਕਰਨਾ ਪਏਗਾ। ਤਾਂ ਇਸ ਦੇ ਲਈ ਆਪਾਂ ਇੱਕ ਪ੍ਰੈਕਟੀਕਲ ਐਗਜ਼ਾਮਪਲ ਲੈਂਦੇ ਹਾਂ। ਇਹ ਪ੍ਰੈਕਟੀਕਲ ਐਗਜ਼ਾਮਪਲ ਵੀ ਥੋੜੀ ਜੀ ਮੈਂ ਡਿਫਰੈਂਟ ਲਈ ਹੈ। ਇਹਦੇ ਵਿੱਚ ਕੀ ਹੈ ਕਿ ਤੁਹਾਨੂੰ ਪਹਿਲਾਂ ਕੁਐਸਚਨ ਨੂੰ ਵੀ ਪ੍ਰੋਪਰਲੀ ਸਮਝਣਾ ਪਊਗਾ। ਇਹਦੇ ਵਿੱਚ ਤੁਹਾਨੂੰ ਪਹਿਲਾਂ ਪੇ ਆਫ ਮੈਟ੍ਰਿਕਸ ਮਤਲਬ ਸਭ ਤੋਂ ਪਹਿਲਾਂ ਪ੍ਰੋਫਿਟ ਮੈਟ੍ਰਿਕਸ ਵੀ ਬਣਾਉਣਾ ਪਏਗਾ। ਦੈਨ ਤੁਸੀਂ ਇਹਦੇ ਵਿੱਚ ਲਾਸ ਮੈਟ੍ਰਿਕਸ ਬਣਾਓਗੇ, ਦੈਨ ਤੁਸੀਂ ਇਸ ਕੁਐਸਚਨ ਨੂੰ ਸੋਲਵ ਕਰ ਪਾਓਗੇ। ਤਾਂ ਇਹ ਕੁਐਸਚਨ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਪ੍ਰੈਕਟੀਕਲ ਐਗਜ਼ਾਮਪਲ ਦੇ ਵਿੱਚ। ਦੈਟ ਇਜ਼ ਅ ਕੰਪਨੀ ਹੈਜ਼ 4 ਫੈਕਟਰੀਜ਼ F1, F2, F3 and F4 ਮਤਲਬ 4 ਫੈਕਟਰੀਜ਼ ਨੇ। ਮੈਨੂਫੈਕਚਰਿੰਗ ਦਾ ਸੇਮ ਪ੍ਰੋਡਕਟ ਬਣਾਉਂਦੀਆਂ ਨੇ। ਪ੍ਰੋਡਕਸ਼ਨ ਐਂਡ ਰॉ ਮਟੀਰੀਅਲ ਕਾਸਟ ਡਿਫਰ ਫਰੋਮ ਫੈਕਟਰੀ ਟੂ ਫੈਕਟਰੀ ਮਤਲਬ ਇੱਕ ਰॉ ਮਟੀਰੀਅਲ ਕਾਸਟ ਹੈ ਐਂਡ ਪ੍ਰੋਡਕਸ਼ਨ ਕਾਸਟ ਹੈ। ਦੋ ਤਰ੍ਹਾਂ ਦੀ ਕਾਸਟ ਹੈ, ਦੋਨੋਂ ਡਿਫਰ ਕਰਦੀਆਂ ਨੇ ਫੈਕਟਰੀ ਟੂ ਫੈਕਟਰੀ। ਆਰ ਗਿਵਨ ਇਨ ਦਾ ਫੋਲੋਇੰਗ ਟੇਬਲ ਇਨ ਦਾ ਫਸਟ 2 rows ਮਤਲਬ ਜਿਹੜਾ ਕੁਐਸਚਨ ਤੁਹਾਨੂੰ ਗਿਵਨ ਹੋਏਗਾ ਉਹਦੇ ਫਸਟ 2 rows ਦੇ ਵਿੱਚ ਆਪਣੇ ਕੋਲ ਪ੍ਰੋਡਕਸ਼ਨ ਕਾਸਟ ਐਂਡ ਰॉ ਮਟੀਰੀਅਲ ਕਾਸਟ ਗਿਵਨ ਹੈ। The transportation cost from the factories to sales depots S1, S2, S3 are also given. Means ਆਪਣੇ ਕੋਲ ਸੇਲ ਡਿਪੂ ਨੇ, ਉਹਨਾਂ ਦੇ ਉੱਪਰ ਆਪਾਂ ਜਿਹੜੇ ਫੈਕਟਰੀਜ਼ ਤੋਂ ਟਰਾਂਸਪੋਰਟ ਕਰਕੇ ਸਮਾਨ ਭੇਜਦੇ ਆ ਉਹਦੀ ਜਿਹੜੀ ਕਾਸਟ ਹੈ ਉਹ ਆਪਣੇ ਕੋਲ S1, S2, S3 ਕਾਲਮ ਦੇ ਵਿੱਚ ਅਲੱਗ ਤੋਂ ਦਿੱਤੀਆਂ ਹੋਈਆਂ ਨੇ। The last 2 columns in the table give the sale price and the total requirement at each depot ਮਤਲਬ ਲਾਸਟ ਜਿਹੜੇ 2 ਕਾਲਮਸ ਨੇ ਉਹਦੇ ਵਿੱਚ ਤੁਹਾਨੂੰ ਸੇਲ ਪ੍ਰਾਈਸ ਤੇ ਟੋਟਲ ਰਿਕੁਆਇਰਮੈਂਟ ਆਪਾਂ ਨੂੰ ਗਿਵਨ ਹੈ। The production capacity
of each factory is given in the last row। ਇਹ ਹੈ ਜੀ ਆਪਣਾ ਪ੍ਰੈਕਟੀਕਲ ਕੁਐਸਚਨ ਜਿਹਦੇ ਵਿੱਚ ਤੁਹਾਡੇ ਕੋਲ ਸਭ ਤੋਂ ਉੱਪਰ ਦਿੱਤਾ ਹੋਇਆ F1 F2 F3 ਐਂਡ F4 ਫੈਕਟਰੀਜ਼, ਲੈਫਟ ਸਾਈਡ ਤੇ S1 S2 S3 ਤੁਹਾਡੇ ਕੋਲ ਗਿਵਨ ਹੈ ਜੀ। ਇਹ ਆਪਣੇ ਕੋਲ ਸੀਗੇ ਸੇਲਸ ਡਿਪੋ ਤੇ ਸੇਲਸ ਡਿਪੋ ਗਿਵਨ ਹੈ ਤੇ ਫੈਕਟਰੀਜ਼ ਗਿਵਨ ਨੇ। ਫਸਟ 2 ਰੋਜ਼ ਦੇ ਵਿੱਚ ਉਹਨੇ ਆਪਾਂ ਨੂੰ ਕਿਹਾ ਸੀ ਪ੍ਰੋਡਕਸ਼ਨ ਕਾਸਟ ਗਿਵਨ ਹੈ, ਦੈਟ ਇਜ਼ ਫੈਕਟਰੀ 1 ਦੇ ਲਈ 15, ਫੈਕਟਰੀ 2 ਦੇ ਲਈ 18, ਫੈਕਟਰੀ 3 ਦੇ ਲਈ 14, ਫੈਕਟਰੀ 4 ਦੇ ਲਈ 13। रॉ मटेरियल कॉस्ट गिवन है 10, 9 एंड 12 एंड अगेन 9। इस तरह ट्रांसपोर्टेशन कॉस्ट गिवन है, ये 3 अलग अलग जिहड़े अपने सेल्स डिपो ने उन्हां दी अलग अलग गिवन है। जे S1 मतलब फैक्टरी 1 तो सेल्स डिपो 1 के उत्ते आपां मटीरियल ट्रांसफर करना है तो उसकी ट्रांसपोर्टेशन कॉस्ट है 3, F2 टू S1 है 9, F3 टू S1 है 5, F4 टू S1 है 4। इसी तरह S2 की गिवन है जी, S3 की गिवन है एंड लास्ट पे तुहानू फैक्टरीज की कैपेसिटी गिवन है F1 F2 F3 एंड F4 की। इस तरह सेल प्राइस गिवन है, जे सेल डिपो अपने S1 सेल करता है 34 का, दैन 32 का एंड 31 का, और रिक्वायरमेंट जी है सेल्स डिपो की दैट इज 80, 120 एंड 150। लास्ट पे अपन इंफॉर्मेशन गिवन है डिटरमाइन द मोस्ट प्रॉफिटेबल प्रोडक्शन एंड डिस्ट्रीब्यूशन शेड्यूल एंड द कॉरस्पॉन्डिंग प्रॉफिट। द सरप्लस प्रोडक्शन शुड बी टेकन टू यील्ड 0 प्रॉफिट। हुण इहदे विच क्वेश्चन च तुहानू पुछया की गया प्रॉफिट कितना है, मैक्सिमम प्रॉफिट कितना हो सकता है, प्रॉफिटेबल प्रोडक्शन एंड डिस्ट्रीब्यूशन शेड्यूल पूछा है, नाल ही तुहानू मैक्सिमम प्रॉफिट पूछा है। पर हुण तक जिन्ने भी आपां प्रोग्राम प्रॉब्लम सॉल्व कीतियां ने उन्हां सारियां दे विच आपां लीस्ट कॉस्ट फाइंड करते आ रहे हैं। हुण आपां इहदे विच मैक्सिमम प्रॉफिट फाइंड करना है, मतलब ये जिहड़ा क्वेश्चन है प्रॉफिट मैक्सिमाइजेशन दा है। बट इहदे च तुहाडे कोले 3 अलग अलग टाइप दियां कॉस्ट गिवन है एंड सेल प्राइस गिवन है, प्रोडक्शन कॉस्ट, रॉ मटीरियल कॉस्ट ते ट्रांसपोर्टेशन कॉस्ट एंड सेल्स प्राइस तुहानू गिवन है अलग अलग सेल्स डिपो का। तो हुण इस क्वेश्चन नू आपां किस तरह सॉल्व करांगे ये आपां देखदे हां जी। पहला तुसीं क्वेश्चन नू सॉल्व करन दा कॉन्सैप्ट समझो। पहला आपां इहदा फाइंड करांगे प्रॉफिट। द प्रॉफिट मैट्रिक्स as given in the problem can be constructed by using the following equation। प्रॉफिट फाइंड किद्दां होगा, अपने को सेल प्राइस गिवन है, उहदे विचों माइनस करांगे प्रोडक्शन कॉस्ट, माइनस करांगे रॉ मटीरियल कॉस्ट, माइनस करांगे ट्रांसपोर्टेशन कॉस्ट। मतलब सेल चों हर तरह की कॉस्ट माइनस कर दांगे तो तुहाडे कोल बैलेंस की बचूगा प्रॉफिट। तो हुण आपां इह फॉर्मूला यूज करके पहला प्रॉफिट मैट्रिक्स बनावांगे। देखो अपने को इनफॉर्मेशन गिवन है, जिहड़ा ऊपर वाला टेबल है ये इनफॉर्मेशन आपां नूं क्वेश्चन दे विच गिवन है। तो आपां इस इनफॉर्मेशन दे बेसिस दे उत्ते नीचे वाला टेबल हुण कंस्ट्रक्ट करांगे। वो देखो किस तरह होएगा। सब तो पहला S1 सेल्स डिपो S1 ओदी जिहड़ी सेल प्राइस है दैट इज 34। 34 दे विचों पहला आपां माइनस करांगे सेल डिपो 1 एंड F1 दी जिहड़ी प्रोडक्शन कॉस्ट है, फैक्टरी 1 दी प्रोडक्शन कॉस्ट दैट इज 15। जे ओ सेल्स डिपो S1 फैक्टरी F1 तो मटीरियल लैंदा है तो उसकी प्रोडक्शन कॉस्ट होएगी 15। मतलब 34 सेल प्राइस माइनस प्रोडक्शन कॉस्ट 15 माइनस रॉ मटीरियल कॉस्ट 10 माइनस ट्रांसपोर्टेशन कॉस्ट 3, देन तुहाडे को वैल्यू आएगी 6 जिहड़ी कि S1 F1 आपां दे विच कॉलम दे विच लिखांगे। S1 F1 सैल दे विच स्क्वायर दे विच आपां वैल्यू पुट करांगे। किवें आई 34 सेल प्राइस, 15 प्रोडक्शन कॉस्ट, 10 रॉ मटीरियल कॉस्ट माइनस 3 ट्रांसपोर्टेशन कॉस्ट। इहदे नाल तुहाडे कोल S1 F1 दी वैल्यू आ गई 6। इसी तरह आपां नैक्सट फाइंड करांगे S1 F2 दी वैल्यू। मतलब S1 दा सेल प्राइस लवांगे दैट इज 34 बट
हुण आपां F2 कॉलम दी प्रोडक्शन कॉस्ट लवांगे 18 माइनस 9 माइनस 9 34 माइनस प्रोडक्शन कॉस्ट 18 माइनस रॉ मटीरियल कॉस्ट 9 माइनस ट्रांसपोर्टेशन कॉस्ट 9 दैन तुहाडे कोल वैल्यू आ गई S1 F2 दी माइनस 2 34 माइनस 18 माइनस 9 इक्वल्स टू माइनस 2। इस तरह हुण आपां S1 F3 दी वैल्यू फाइंड करांगे दैट इज 34 माइनस 14 माइनस 12 माइनस 5 वैल्यू तुहाडे कोल आ गई 3। इस तरह S1 F4 दी वैल्यू होएगी 34 माइनस 13 माइनस 9 माइनस 4 तो वैल्यू आ गई 8। हेयर मैं इत्थे थोड़ा गलत लिखी हुई है वैल्यू 34 माइनस 13 माइनस 9 एंड माइनस 4 आना सी तो उहदे नाल वैल्यू आएगी तुहाडी 8। नैक्सट आ गया जी तुहाडे कोल S2 तां S2 रो दी हुण आपां गल करांगे तां आपां सेल प्राइस लवांगे S2 दा 32 एंड सेम फैक्ट्री 1 दी प्रोडक्शन कॉस्ट 15 10 रॉ मटीरियल कॉस्ट 1 कॉरस्पॉन्डिंग ओदी S2 दी ट्रांसपोर्टेशन कॉस्ट तां वैल्यू आ गई तुहाडे कोल 6। इस तरह नैक्सट रो आपां फाइंड करांगे दैट इज तुहाडे कोल आ गई है जी पहला आपां लवांगे सेल प्राइस 32 then 18 minus 9 minus 9 sorry minus 7 इत्थे आएगा ट्रांसपोर्टेशन कॉस्ट S2 दा 7 तो वैल्यू आ गई तुहाडे कोले अगेन minus 2 then तुहाडे कोल वैल्यू आ गई जी इहदी -2 तो आपां हुण फाइंड करांगे S2 F3 दी वैल्यू इत्थे आपां लवांगे जी 32 एंड उस तो बाद 14 माइनस करांगे 12 माइनस करांगे एंड 4 माइनस करांगे तो तुहाडे को वैल्यू आ जाएगी +2। ठीक है जी। नेक्स्ट आपां फाइंड करांगे S2 F4 32 माइनस 13 माइनस 9 माइनस 5 देन वैल्यू तुहाडे को आ जाएगी 5। नेक्स्ट तुहाडे को है जी S3 F1 हुण आपां S3 ते शिफ्ट करांगे तां तुहाडे कोल जेहड़ियां वैल्यूज आणगियां ਉਹ ਆਣਗੀਆਂ ਜੀ ਇੱਥੇ ਹੁਣ ਆਪਾਂ ਸੇਲ ਪ੍ਰਾਈਸ ਲਵਾਂਗੇ 31 ਕਿਉਂਕਿ ਹੁਣ ਆਪਾਂ S3 ਦਾ ਸੇਲ ਪ੍ਰਾਈਸ ਲਵਾਂਗੇ ਔਰ ਇਹਦੇ ਵਿੱਚੋਂ ਮਾਈਨਸ ਕਰਾਂਗੇ ਫੈਕਟਰੀ 1 ਦੀ ਪ੍ਰੋਡਕਸ਼ਨ ਕਾਸਟ ਰॉ ਮਟੀਰੀਅਲ ਕਾਸਟ ਐਂਡ S3 ਦੀ ਟਰਾਂਸਪੋਰਟੇਸ਼ਨ ਕਾਸਟ ਤਾਂ ਤੁਹਾਡੇ ਕੋਲ ਵੈਲਿਊ ਆ ਜਾਏਗੀ 1। ਦੈਨ ਨੈਕਸਟ ਆਪਾਂ ਮੂਵ ਕਰਾਂਗੇ ਤਾਂ ਤੁਹਾਡੇ ਕੋਲ ਆਏਗੀ ਵੈਲਿਊ ਸੇਲ ਪ੍ਰਾਈਸ 31 माइनस 18 माइनस 9 माइनस 8 तो वैल्यू आ गई -4। देन आप फर्दर मूव करांगे 31 माइनस 14 माइनस 12 माइनस 3 तो वैल्यू आ गई तुहाडे को 2। नेक्स्ट आ गया जी 31 माइनस 13 माइनस 9 माइनस 6। इस तरह डियर तुसी ये कंप्लीट टेबल प्रॉफिट मैट्रिक्स का टेबल बनाओगे ਜਿਹੜਾ कि टॉप वाला ऊपर वाला टेबल है ये है प्रॉफिट मैट्रिक्स टेबल मतलब S1 F1 ਨੂੰ ਜੇ सॉरी F1 फैक्ट्री तो S1 ਨੂੰ ਜੇ मटीरियल सप्लाई किया जाता है तो ਤੁਹਾਨੂੰ 6 रुपीस का प्रॉफिट ਹੁੰਦਾ है। F2 तो S1 ਨੂੰ ਜੇ ट्रांसफर करते हैं तो -2 प्रॉफिट मतलब लॉस ਹੁੰਦਾ है। F3 तो S1 3 F4 to S1 8 F1 to S2 6 इसी तरह F2 to S2 -2 F3 to S2 2 F4 to S2 5 इस तरह तुहाडे कोले S3 दे भी अपने कोल लॉस मैट्रिक्स दियां वैल्यूज गिवन ने ते ये है जी अपना प्रॉफिट मैट्रिक्स। ठीक है जी। हुण इस तो अगे फर्दर मूव करन लई जे आपां इस नूं क्वेश्चन नूं अगे सॉल्व करना है तां पहला आपां देखांगे कि ये क्वेश्चन बैलेंस्ड है या अनबैलेंस्ड है। S1 S2 S3 ਜਿਹੜੇ ਸੇਲਸ ਡਿਪੂ ਨੇ ਉਹਨਾਂ ਦੀ ਜਿਹੜੀ ਰਿਕੁਆਇਰਮੈਂਟ ਹੈ that is 80 यूनिट 120 यूनिट एंड 150 यूनिट मतलब टोटल रिक्वायरमेंट है 350 यूनिट्स एंड फैक्ट्री F1 F2 F3 एंड F4 ਦੀ ਜਿਹੜੀ टोटल रिक्वायरमेंट कैपेसिटी है that is 10 150 50 एंड 100 यूनिट एंड टोटल कैपेसिटी होगी है जी अपने को 310 मीनस इन्हां दे विच जे आपां देखिया जावे
ਤਾਂ ਇਹ ਹੈ ਅਨਬੈਲੈਂਸਡ ਪ੍ਰੋਬਲਮ, ਕਿਉਂਕਿ ਰਿਕੁਆਇਰਮੈਂਟ ਐਂਡ ਕੈਪੈਸਿਟੀ ਮੈਚ ਨਹੀਂ ਕਰਦੀ। ਤਾਂ ਇਸ ਨੂੰ ਮੈਚ ਕਰਵਾਉਣ ਲਈ ਆਪਾਂ ਕੀ ਕਰਾਂਗੇ, ਇੱਕ ਡੰਮੀ ਕਾਲਮ ਐਡ ਕਰਾਂਗੇ, F5 ਫੈਕਟਰੀ 5 ਡੰਮੀ ਫੈਕਟਰੀ 5 ਇੱਕ ਕਾਲਮ ਐਡ ਕਰਾਂਗੇ, ਔਰ ਉਹਦੀਆਂ ਜਿੰਨੀਆਂ ਵੀ ਕਾਸਟ ਹੋਣਗੀਆਂ ਉਹ ਸਾਰੀਆਂ 0 0 0 ਲਵਾਂਗੇ। ਪ੍ਰੋਫਿਟ ਜਾਂ ਕਾਸਟ ਜੋ ਵੀ ਆਪਾਂ ਕੰਸੀਡਰ ਕਰ ਰਹੇ ਹਾਂ, ਇਸ ਕੁਐਸਚਨ ਦੇ ਵਿੱਚ ਇਹ ਪ੍ਰੋਫਿਟ ਹੈ, ਮਤਲਬ ਉਹਦਾ ਪ੍ਰੋਫਿਟ 0 ਕੰਸੀਡਰ ਕਰਾਂਗੇ, ਐਂਡ ਉਹਦੀ ਕੈਪੈਸਿਟੀ ਆਪਾਂ ਕੰਸੀਡਰ ਕਰਾਂਗੇ 40, ਕਿਉਂਕਿ 40 ਦਾ ਰਿਕੁਆਇਰਮੈਂਟ ਐਂਡ ਕੈਪੈਸਿਟੀ ਦੇ ਵਿੱਚ ਡਿਫਰੈਂਸ ਸੀ, ਤਾਂ ਉਹ 40 ਆਪਾਂ ਕੰਸੀਡਰ ਕਰ ਲਾਂਗੇ ਡੰਮੀ ਦੇ ਵਿੱਚ। ਤਾਂ ਇਹਦੇ ਨਾਲ ਤੁਹਾਡਾ ਕੀ ਹੋ ਗਿਆ ਜੀ, ਕੈਪੈਸਿਟੀ ਐਂਡ ਰਿਕੁਆਇਰਮੈਂਟ ਇਕੁਅਲ ਹੋ ਗਈ ਹੈ। ਕੈਪੈਸਿਟੀ ਐਂਡ ਰਿਕੁਆਇਰਮੈਂਟ ਜਿਹੜੀ ਕਿ 350 ਐਂਡ 350 ਕੰਪਲੀਟ ਹੋ ਗਈ ਹੈ। ਤਾਂ ਹੁਣ ਅੱਗੇ ਆਪਾਂ ਇਸ ਕੁਐਸਚਨ ਨੂੰ ਸੋਲਵ ਕਰ ਸਕਦੇ ਹਾਂ, ਕਿਉਂਕਿ ਇਹ ਹੁਣ ਇੱਕ ਬੈਲੈਂਸਡ ਪ੍ਰੋਬਲਮ ਬਣ ਗਈ ਹੈ। ਬਟ ਬੈਲੈਂਸਡ ਪ੍ਰੋਬਲਮ ਤਾਂ ਹੈ, ਬਟ ਇਹ ਜਿੰਨੀਆਂ ਵੀ ਵੈਲਿਊਜ਼ ਤੁਹਾਡੇ ਕੋਲ ਗਿਵਨ ਨੇ ਇਹ ਸਾਰੇ ਹੈਗੇ ਨੇ ਪ੍ਰੋਫਿਟ। ਹੁਣ ਆਪਾਂ ਇਹਦੇ ਵਿੱਚੋਂ ਪ੍ਰੋਫਿਟ ਤੋਂ ਕਨਵਰਟ ਕਰਾਂਗੇ ਲਾਸ ਮੈਟ੍ਰਿਕਸ। ਜਦੋਂ ਵੀ ਤੁਸੀਂ ਪ੍ਰੋਫਿਟ ਮੈਟ੍ਰਿਕਸ ਤੋਂ ਲਾਸ ਮੈਟ੍ਰਿਕਸ ਕ੍ਰੀਏਟ ਕਰਨਾ ਹੈ ਤਾਂ ਉਹਨੂੰ ਆਪਾਂ ਕਨਵਰਟ ਕਰਨ ਲਈ, ਟੂ ਕਨਵਰਟ ਦਿਸ ਬੈਲੈਂਸਡ ਟਰਾਂਸਪੋਰਟੇਸ਼ਨ ਪ੍ਰੋਬਲਮ of maximization case into a minimization case, select the largest element from table and then subtract all the elements from this largest element। ਤਾਂ ਇਸ ਪੂਰੇ ਮੈਟ੍ਰਿਕਸ ਦੇ ਵਿੱਚੋਂ ਜੇ ਆਪਾਂ ਨੋਟਿਸ ਕਰੀਏ ਤਾਂ ਸਭ ਤੋਂ ਵੱਡਾ ਐਲੀਮੈਂਟ ਹੈ 8। ਇੱਥੇ ਆਪਾਂ ਕੈਪੈਸਿਟੀ ਔਰ ਰਿਕੁਆਇਰਮੈਂਟ ਨੂੰ ਨਹੀਂ ਦੇਖਣਾ, ਸਿਰਫ ਜਿਹੜੀਆਂ S1 F1 S ਔਰ ਸੇਲਸ ਡਿਪੋਜ਼ ਐਂਡ ਫੈਕਟਰੀਜ਼ ਦੀਆਂ ਪ੍ਰੋਫਿਟ ਦੀਆਂ ਵੈਲਿਊਜ਼ ਆਪਣੇ ਕੋਲ ਫਾਈਂਡ ਹੋਈਆਂ ਨੇ, ਸਿਰਫ ਆਪਾਂ ਉਹਨਾਂ ਦੇ ਵਿੱਚੋਂ ਵੈਲਿਊ ਫਾਈਂਡ ਕਰਨੀ ਹੈ। ਤਾਂ ਹਾਈਐਸਟ ਵੈਲਿਊ ਹੈ ਜੀ 8, ਤੇ ਹੁਣ ਆਪਾਂ 8 ਦੇ ਵਿੱਚੋਂ ਸਾਰੇ ਮੈਟ੍ਰਿਕਸ ਨੂੰ ਮਾਈਨਸ ਕਰਨਾ ਹੈ 1 ਬਾय 1, ਮਤਲਬ ਹਰ ਐਲੀਮੈਂਟ ਨੂੰ ਮਾਈਨਸ ਕਰਾਂਗੇ। ਕਿਸ ਤਰ੍ਹਾਂ, ਇਸ ਤਰ੍ਹਾਂ S1 F1 ਸੈੱਲ ਦੇ ਵਿੱਚ 8 - 6, S1 F2 ਦੇ ਵਿੱਚ 8 - -2, ਕਿਉਂਕਿ ਉਹ -2 ਵੈਲਿਊ ਸੀ, ਬਟ ਉਹ ਆਪਾਂ ਉਹਦੇ ਵਿੱਚੋਂ ਮਾਈਨਸ ਕਰਨਾ ਸੀ, ਇਸ ਲਈ ਮੈਂ ਬ੍ਰੈਕਟ 'ਚ ਉਹਦੀ ਵੈਲਿਊ ਲਿਖੀ ਹੈ 8 - 3, 8 - 8, 8 - 0, ਮਤਲਬ ਸਾਰੀਆਂ ਵੈਲਿਊਜ਼ ਨੂੰ 1 ਬਾय 1 ਆਪਾਂ ਨੇ ਹਾਈਐਸਟ ਵੈਲਿਊ ਚੋਂ ਮਾਈਨਸ ਕਰਨਾ ਹੈ। ਇਸ ਤਰ੍ਹਾਂ ਸੈਕਿੰਡ ਰੋ ਐਂਡ ਥਰਡ ਰੋ, ਮਤਲਬ S1 ਰੋ ਪੂਰੀ ਹੋਗੀ, ਫਿਰ S2 ਰੋ, ਫਿਰ S3 ਰੋ। ਤਾਂ ਇਹ ਮਾਈਨਸ ਕਰਨ ਤੋਂ ਬਾਅਦ ਦਾ ਰਿਲੇਟਿਵ ਲਾਸ ਮੈਟ੍ਰਿਕਸ ਸੋ obtained as shown in table, ਜਿਹੜਾ ਨੀਚੇ ਵਾਲਾ ਟੇਬਲ ਹੈ ਇਹਦੇ ਵਿੱਚ ਤੁਹਾਨੂੰ ਹੁਣ ਇਹ ਜਿਹੜਾ ਮੈਟ੍ਰਿਕਸ ਗਿਵਨ ਹੈ ਇਹ ਹੈ ਲਾਸ ਮੈਟ੍ਰਿਕਸ, ਮਤਲਬ ਵੈਲਿਊਜ਼ ਨੂੰ ਮਾਈਨਸ ਕਰਨ ਤੋਂ ਬਾਅਦ ਜਿਹੜੀਆਂ ਫਾਈਨਲ ਵੈਲਿਊਜ਼ ਤੁਹਾਡੇ ਕੋਲ ਆਈਆਂ ਨੇ ਇਹ ਉਹ ਨੇ, ਮਤਲਬ S1 F1 ਦੀ ਜਿਹੜੀ ਕਾਸਟ ਹੈ 2, S1 ਲਾਸ ਮੈਟ੍ਰਿਕਸ ਸੌਰੀ, S1 F2 ਦੀ ਵੈਲਿਊ ਹੈ 10, S1 F3 ਦੀ ਵੈਲਿਊ ਹੈ 5, S1 F4 ਦੀ ਵੈਲਿਊ ਹੈ 0, S1 F5 ਡੰਮੀ ਦੀ ਵੈਲਿਊ ਹੈ 8। ਤਾਂ ਇਸ ਤਰ੍ਹਾਂ S2 ਦੀਆਂ ਸਾਰੀਆਂ ਵੈਲਿਊਜ਼ ਐਂਡ S3 ਦੀਆਂ ਸਾਰੀਆਂ ਵੈਲਿਊਜ਼ ਆਪਣੇ ਕੋਲ ਹੁਣ ਅਵੇਲੇਬਲ ਨੇ। ਹੁਣ ਇਹਨਾਂ ਵੈਲਿਊਜ਼ ਦੀ ਹੈਲਪ ਦੇ ਨਾਲ ਇਸ ਕੁਐਸਚਨ ਦੇ ਉੱਪਰ ਆਪਾਂ ਫਰਦਰ ਕੋਈ ਵੀ ਮੈਥਡ ਲਗਾ ਕੇ ਇਸ ਕੁਐਸਚਨ ਨੂੰ ਹੁਣ ਸੋਲਵ ਕਰ ਸਕਦੇ ਹਾਂ, ਕਿਉਂਕਿ ਆਪਣੀਆਂ ਸਾਰੀਆਂ ਕੰਡੀਸ਼ਨਸ ਹੁਣ ਫੁੱਲਫਿਲਡ ਨੇ। ਤੇ ਪਹਿਲੀ ਕੰਡੀਸ਼ਨ ਕਿ ਕਾਸਟ ਗਿਵਨ ਹੋਣੀ ਚਾਹੀਦੀ ਹੈ, ਕਿਉਂਕਿ ਆਪਾਂ ਕਾਸਟ ਮੈਟ੍ਰਿਕਸ ਮਤਲਬ ਮਿਨੀਮਾਈਜੇਸ਼ਨ ਦਾ ਕੁਐਸਚਨ ਹੀ ਟਰਾਂਸਪੋਰਟੇਸ਼ਨ ਮੈਥਡ ਦੇ ਨਾਲ ਸੋਲਵ ਕਰ ਸਕਦੇ ਹਾਂ, ਤੇ ਇਸ ਲਈ ਪ੍ਰੋਫਿਟ ਮੈਟ੍ਰਿਕਸ ਨੂੰ ਪਹਿਲਾਂ ਆਪਾਂ ਲਾਸ ਮੈਟ੍ਰਿਕਸ ਦੇ ਵਿੱਚ ਕਨਵਰਟ ਕਰ ਲਿਆ। ਦੂਸਰਾ ਪੁਆਇੰਟ, ਕੁਐਸਚਨ ਨੂੰ ਸੋਲਵ ਕਰਨ ਦੇ ਲਈ ਜਾਂ ਪ੍ਰੋਬਲਮ ਨੂੰ ਸੋਲਵ ਕਰਨ ਦੇ ਲਈ ਪ੍ਰੋਬਲਮ ਬੈਲੈਂਸਡ ਹੋਣੀ ਜ਼ਰੂਰੀ ਸੀ, ਇਸ ਲਈ ਆਪਾਂ ਉਹਨੂੰ ਬੈਲੈਂਸਡ ਵੀ ਕਰ ਲਿਆ। ਤਾਂ ਹੁਣ ਆਪਾਂ ਦੇਖਾਂਗੇ ਕਿ ਇਸ ਪ੍ਰੋਬਲਮ ਨੂੰ ਪ੍ਰੈਕਟੀਕਲੀ ਕਿਸ ਤਰ੍ਹਾਂ ਸੋਲਵ ਕਰਨਾ ਹੈ। ਯੈਸ ਡੀਅਰ, ਹੁਣ ਆਪਾਂ ਇਸ ਕੁਐਸਚਨ ਨੂੰ ਪ੍ਰੈਕਟੀਕਲੀ ਸੋਲਵ ਕਰਦੇ ਹਾਂ। ਪਹਿਲਾਂ ਆਪਾਂ ਇਹਦਾ ਕ੍ਰੀਏਟ ਕੀਤਾ ਸੀ ਪ੍ਰੋਫਿਟ ਮੈਟ੍ਰਿਕਸ। ਪ੍ਰੋਫਿਟ ਮੈਟ੍ਰਿਕਸ ਦੇ ਵਿੱਚ ਆਪਣੇ ਕੋਲ ਹੈ S1 S2 ਐਂਡ S3, F1 F2 F3 F4 ਐਂਡ ਡੰਮੀ। ਇਹਦੀਆਂ ਵੈਲਿਊਜ਼ ਨੇ 6 -2 3 8 0, 6 -2 2 5 0, 1 -4 2 3 0। ਇਹ ਸੀਗਾ ਆਪਣਾ ਪ੍ਰੋਫਿਟ ਮੈਟ੍ਰਿਕਸ। ਇਹਦੇ ਵਿੱਚੋਂ ਸਭ ਤੋਂ ਹਾਈਐਸਟ ਜਿਹੜੀ ਪ੍ਰੋਫਿਟ ਵੈਲਿਊ ਸੀਗੀ ਦੈਟ ਇਜ਼ 8 ਪੂਰੇ ਮੈਟ੍ਰਿਕਸ ਤੋਂ, ਜਿਹੜੀ ਕਿ ਆਪਾਂ ਚੂਜ਼ ਕੀਤੀ ਸੀ। ਇਹਦੇ ਵਿੱਚੋਂ ਆਪਾਂ ਸਾਰੇ ਮੈਟ੍ਰਿਕਸ ਨੂੰ ਮਾਈਨਸ ਕੀਤਾ ਸੀ। 8 - 6 ਮੀਨਸ 2,
8 minus minus 2 10, 8 minus 3 5, 8 minus 8 0, 8 minus 0 8, इस तरह 8 minus 6 2, 8 minus minus 2 10, 8 minus 2 6, 8 minus 5 3, 8 minus 0 8, 8 minus 1 7, 8 minus minus 4 12, 8 minus 2 6, 8 minus 3 5, 8 minus 0 8। ਤਾਂ ਇਹ ਆਪਣੇ ਕੋ ਬਣ ਗਿਆ ਜੀ ਲੌਸ ਮੈਟ੍ਰਿਕਸ। ਹੁਣ ਇਸ ਆਪਾਂ ਲੌਸ ਮੈਟ੍ਰਿਕਸ ਦੇ ਉੱਪਰ ਲਗਾਵਾਂਗੇ ਪਹਿਲਾਂ ਵੈਮ ਮੈਥਡ, ਕਿਉਂਕਿ ਆਪਾਂ ਪਹਿਲਾਂ ਇਨੀਸ਼ੀਅਲ ਸੋਲੂਸ਼ਨ ਫਾਈਂਡ ਕਰਾਂਗੇ, ਦੈਨ ਆਪਾਂ ਇਹਦੇ ਉੱਤੇ ਲਗਾਵਾਂਗੇ ਮੋਦੀ ਮੈਥਡ। ਤਾਂ ਵੈਮ ਮੈਥਡ ਦੇ ਲਈ ਆਪਾਂ ਫਾਈਂਡ ਕਰਦੇ ਹੁੰਦੇ ਆ ਪੈਨਲਟੀਜ਼। ਤਾਂ ਪੈਨਲਟੀਜ਼ ਆਪਾਂ ਫਾਈਂਡ ਕਰਾਂਗੇ। ਹੁਣ ਸਭ ਤੋਂ ਪਹਿਲਾਂ ਫਸਟ ਪੈਨਲਟੀ ਆਪਾਂ ਇਹਦੇ ਵਿੱਚ ਫਾਈਂਡ ਕਰਦੇ ਆ। ਪੈਨਲਟੀ ਦੇ ਲਈ ਆਪਾਂ ਦੇਖਦੇ ਹੁੰਦੇ ਲੀਸਟ ਟੂ ਕਾਸਟ, ਇਹਦੇ ਵਿੱਚ ਹੈ 0 ਐਂਡ 2, ਡਿਫਰੈਂਸ ਆ ਗਿਆ ਜੀ ਇਹਦੇ ਵਿੱਚ 2। ਦੈਨ ਰੋ ਵਾਈਜ਼ ਦੇਖਾਂਗੇ, ਇਹਦੇ ਵਿੱਚ ਸਭ ਤੋਂ ਲੀਸਟ ਕਾਸਟ ਹੈ 2 ਐਂਡ ਉਸ ਤੋਂ ਨੈਕਸਟ ਹੈ ਜੀ 3, ਆ ਗਿਆ 1। ਇਹਦੇ ਵਿੱਚ ਆਪਾਂ ਦੇਖਦੇ ਹਾਂ ਜੀ 5 ਐਂਡ 6 1, ਐਂਡ ਕਾਲਮ ਵਾਈਜ਼ 2 ਐਂਡ 2 0, 10 and 10 0, 5 and 6 1, 0 and 3 3, all 8 ਨੇ ਤਾਂ ਵੈਲਿਊ ਆ ਗਈ 0। ਮੀਨਸ ਫਸਟ ਪੈਨਲਟੀ ਆਪਾਂ ਫਾਈਂਡ ਕਰ ਲਈ ਹੈ ਜੀ। ਫਸਟ ਪੈਨਲਟੀ ਦੇ ਵਿੱਚੋਂ ਸਭ ਤੋਂ ਹਾਈਐਸਟ ਪੈਨਲਟੀ ਹੈ 3, ਮਤਲਬ ਕਿਹੜਾ ਕਾਲਮ ਸਿਲੈਕਟ ਹੋਇਆ ਆਪਣੇ ਕੋਲੇ F4। F4 ਦੇ ਵਿੱਚ ਸਭ ਤੋਂ ਲੀਸਟ ਕਾਸਟ ਹੈ 0। ਇੱਥੇ ਆਪਾਂ ਐਲੋਕੇਸ਼ਨ ਕਰਾਂਗੇ। ਕਿੰਨੀ ਐਲੋਕੇਸ਼ਨ ਹੋਏਗੀ? ਰਿਕੁਆਇਰਮੈਂਟ ਇਹ ਆਪਣੇ ਕੋ ਹੈ ਜੀ ਰਿਕੁਆਇਰਮੈਂਟ, ਇਹ ਹੈ ਜੀ ਆਪਣੇ ਕੋ ਕੈਪੈਸਿਟੀ। ਕੈਪੈਸਿਟੀ ਔਰ ਰਿਕੁਆਇਰਮੈਂਟ ਚੋਂ ਵਿਚ ਐਵਰ ਇਜ਼ ਲੈਸ, ਇਹਦੇ ਸਾਹਮਣੇ ਇਹ ਵੈਲਿਊ ਹੈ 80 ਐਂਡ 100, ਇੱਥੇ ਆ ਜਾਏਗਾ 80। ਤਾਂ ਇਹ ਰਿਮੂਵ ਖਤਮ ਹੋ ਗਿਆ ਜੀ, ਇੱਥੇ ਬੈਲੈਂਸ ਬਚ ਗਿਆ 20। ਮਤਲਬ ਹੁਣ ਆਪਾਂ ਸੇਲਸ ਡਿਪੂ 1 ਦੀ ਕੈਲਕੂਲੇਸ਼ਨ ਫਰਦਰ ਨਹੀਂ ਕਰਨੀ, ਕਿਉਂਕਿ ਉਹਦੀ ਜਿੰਨੀ ਵੀ ਰਿਕੁਆਇਰਮੈਂਟ ਸੀ ਉਹ ਫੁੱਲਫਿਲ ਹੋ ਚੁੱਕੀ ਹੈ F4 ਤੋਂ। ਦੈਟਸ ਇਟ। ਹੁਣ ਆਪਾਂ ਕਰਾਂਗੇ ਜੀ ਸੈਕੰਡ ਪੈਨਲਟੀ ਫਾਈਂਡ। ਸੈਕੰਡ ਪੈਨਲਟੀ ਦੇ ਟਾਈਮ ਦੇ ਉੱਪਰ ਆਪਾਂ ਸੇਲਸ ਡਿਪੂ 1 ਨੂੰ ਕੈਲਕੂਲੇਟ ਨਹੀਂ ਕਰਨਾ। ਸੈਕਿੰਡ ਜੇ ਆਪਾਂ ਕੈਲਕੂਲੇਟ ਕਰੀਏ 2 ਐਂਡ 3 ਦਾ ਡਿਫਰੈਂਸ 1 ਐਂਡ 5 ਐਂਡ 6 ਦਾ ਡਿਫਰੈਂਸ 1। ਕਾਲਮ ਵਾਈਜ਼ ਹੁਣ ਦੇਖਾਂਗੇ ਤਾਂ S1 ਨੂੰ ਇਗਨੋਰ ਕਰਨਾ ਹੈ। 2 ਐਂਡ 7 ਦਾ ਡਿਫਰੈਂਸ 5, 10 ਐਂਡ 12 ਦਾ ਡਿਫਰੈਂਸ 2, 6 6 0, 3 5 ਦਾ ਡਿਫਰੈਂਸ 2 ਐਂਡ 8 8 0। ਤਾਂ ਹਾਈਐਸਟ ਪੈਨਲਟੀ ਕਿਹੜੀ ਆ ਗਈ ਜੀ 5। ਹੁਣ ਹਾਈਐਸਟ ਪੈਨਲਟੀ 5 ਦੇ ਵਿੱਚ ਆਪਾਂ ਲੀਸਟ ਕਾਸਟ ਦੇਖੀ ਹੈ 2 ਇੱਥੇ ਹੈ ਜੀ 2 ਇੱਥੇ ਹੈ। ਬਟ ਹੁਣ ਜੇ ਕਾਸਟ ਸੇਮ ਹੋ ਜਾਵੇ ਤਾਂ ਪਹਿਲਾਂ ਆਪਾਂ ਦੇਖਾਂਗੇ ਕਿ ਇੱਥੇ ਕਿੰਨੀ ਐਲੋਕੇਸ਼ਨ ਹੋ ਰਹੀ ਹੈ। ਬਟ ਇੱਥੇ ਤਾਂ ਆਪਾਂ ਐਲੋਕੇਸ਼ਨ ਕਰਨੀ ਨਹੀਂ, ਆਲਰੇਡੀ S1 ਐਗਜ਼ੌਸਟ ਹੋ ਚੁੱਕਿਆ ਆ, ਤਾਂ ਸਿਰਫ ਆਪਣੇ ਕੋਲ ਇੱਕੋ ਹੀ ਅਵੇਲੇਬਿਲਿਟੀ ਬਚਦੀ ਹੈ 2 ਦੀ ਇੱਥੇ। ਤਾਂ ਇੱਥੇ ਆਪਣੇ ਕੋਲ ਅਵੇਲੇਬਿਲਿਟੀ ਕੈਪੈਸਿਟੀ ਹੈ 10, ਉਧਰ ਰਿਕੁਆਇਰਮੈਂਟ ਹੈ 120 ਦੀ, ਤਾਂ ਆਪਾਂ ਇੱਥੇ 10 ਇਹਦੀ ਕੈਪੈਸਿਟੀ ਕੰਜ਼ਿਊਮ ਕਰ ਲਾਂਗੇ ਐਂਡ ਬਾਕੀ ਇੱਥੇ ਬਚ ਜਾਏਗਾ 110। ਰਾਈਟ। ਤਾਂ ਇਹਦੇ ਨਾਲ ਹੁਣ ਤੁਹਾਡਾ ਜਿਹੜਾ ਫੈਕਟਰੀ 1 ਹੈ ਉਹਦੀ ਵੀ ਸਾਰੀ ਕੈਪੈਸਿਟੀ ਯੂਟਿਲਾਈਜੇਸ਼ਨ ਹੋ ਗਈ ਹੈ। ਤੇ ਥਰਡ ਪੈਨਲਟੀ ਦੇ ਟਾਈਮ ਦੇ ਉੱਤੇ ਆਪਾਂ ਇਹ ਵੈਲਿਊ ਯੂਜ਼ ਨਹੀਂ ਕਰਾਂਗੇ ਫੈਕਟਰੀ 1 ਦੀਆਂ। ਠੀਕ ਹੈ ਜੀ। ਹੁਣ ਆਪਾਂ ਥਰਡ ਪੈਨਲਟੀ ਫਾਈਂਡ ਕਰਦੇ ਹਾਂ ਜੀ। 10 ਐਂਡ 12 ਦਾ ਡਿਫਰੈਂਸ 2, 6 ਐਂਡ 6 ਦਾ ਡਿਫਰੈਂਸ 0, 3 ਐਂਡ 5 ਦਾ ਡਿਫਰੈਂਸ 2 ਐਂਡ 8 ਐਂਡ 8 ਦਾ 0। ਇੱਥੋਂ ਫਾਈਂਡ ਕਰਾਂਗੇ ਤਾਂ ਆਪਾਂ ਹੁਣ ਫੈਕਟਰੀ 1 ਨੂੰ ਕੰਸੀਡਰ ਨਹੀਂ ਕਰਨਾ, ਬਾਕੀ ਕਾਲਮਸ ਬਾਕੀ ਵੈਲਿਊਜ਼ ਦੇਖਾਂਗੇ। 6 ਐਂਡ 3 ਦਾ ਡਿਫਰੈਂਸ ਹੁਣ ਆਪਾਂ ਇੱਥੇ ਦੇਖਾਂਗੇ, ਦੈਟ ਇਜ਼ 3। ਥਰਡ ਪੈਨਲਟੀ ਦੇ ਲਈ ਆ ਗਿਆ 3 ਐਂਡ ਇੱਥੇ ਹੈ ਜੀ 5 ਐਂਡ 6 ਦਾ ਡਿਫਰੈਂਸ 1। ਰਾਈਟ। ਹਾਈਐਸਟ ਪੈਨਲਟੀ ਰੋ ਐਂਡ ਕਾਲਮ ਵਾਈਜ਼ 3, ਤਾਂ 3 ਦੇ ਵਿੱਚ ਲੀਸਟ ਕਾਸਟ 3। ਕਿੰਨੀ ਐਲੋਕੇਸ਼ਨ ਹੋ ਸਕਦੀ ਹੈ? ਉਧਰ ਹੈ 110, ਇੱਧਰ ਹੈ 20, ਤਾਂ ਇੱਥੇ ਆਪਾਂ ਐਲੋਕੇਟ ਕਰ ਦਾਂਗੇ ਜੀ 20। ਕਿੰਨਾ ਬਚ ਗਿਆ 90। ਰਾਈਟ ਹੈ ਜੀ। ਤਾਂ ਹੁਣ ਆਪਾਂ ਕੀ ਕਰਾਂਗੇ, ਆਪਣੇ ਕੋਲ ਜਿਹੜਾ ਫੈਕਟਰੀ F4 ਹੈ ਉਹਦੀ ਵੀ ਸਾਰੀ ਕੈਪੈਸਿਟੀ ਆਪਾਂ ਯੂਜ਼ ਕਰ ਲਈ ਹੈ। ਤਾਂ ਯਾਨੀ ਕਿ F4
ਐਂਡ F1 ਨੂੰ ਆਪਾਂ ਫਰਦਰ ਕੈਲਕੂਲੇਸ਼ਨ ਦੇ ਲਈ ਯੂਜ਼ ਨਹੀਂ ਕਰਾਂਗੇ। ਤਾਂ ਆਪਾਂ ਹੁਣ ਕੈਲਕੂਲੇਟ ਕਰਾਂਗੇ ਜੇ ਤਾਂ ਔਰ S1 ਨੂੰ ਵੀ ਆਪਾਂ ਯੂਜ਼ ਇੱਧਰ ਨਹੀਂ ਕਰਨਾ। ਹੁਣ ਆਪਾਂ ਫੋਰਥ ਪੈਨਲਟੀ ਫਾਈਂਡ ਕਰ ਰਹੇ ਹਾਂ ਜੀ। S1 F1 ਐਂਡ F4 ਨੂੰ ਆਪਾਂ ਇੱਥੇ ਹੁਣ ਕੰਸੀਡਰ ਨਹੀਂ ਕਰਾਂਗੇ। ਤਾਂ ਹੁਣ ਕੀ ਕਰਾਂਗੇ ਜੀ, ਇਹਦੀ ਵੈਲਿਊ ਕੈਲਕੂਲੇਟ ਕਰਾਂਗੇ। 10 ਐਂਡ 12 ਦਾ ਡਿਫਰੈਂਸ 2, 6 ਐਂਡ 6 ਦਾ ਡਿਫਰੈਂਸ 0, 8 ਐਂਡ 8 ਦਾ ਡਿਫਰੈਂਸ 0। ਰੋ ਵਾਈਜ਼ ਦੇਖਾਂਗੇ ਤਾਂ ਆਪਾਂ F1 ਨੂੰ ਯੂਜ਼ ਨਹੀਂ ਕਰਨਾ ਐਂਡ F4 ਨੂੰ ਯੂਜ਼ ਨਹੀਂ ਕਰਨਾ। ਤਾਂ 6 ਐਂਡ 10 ਦਾ 6 ਐਂਡ 8 ਦਾ ਡਿਫਰੈਂਸ ਦੇਖਾਂਗੇ ਜੀ, ਦੈਟ ਇਜ਼ 2 ਐਂਡ 6 ਐਂਡ 8 ਦਾ ਅਗੇਨ 2। ਤਾਂ ਹੁਣ ਆਪਣੇ ਕੋਲ ਹਾਈਐਸਟ ਪੈਨਲਟੀ 2, ਬਟ ਇਹ 2 3 ਪਲੇਸਿਸ ਤੇ ਹੈ, ਹੇਅਰ, ਇੱਥੇ ਐਂਡ ਇੱਥੇ। ਠੀਕ ਹੈ ਜੀ। ਪਹਿਲਾਂ ਆਪਾਂ ਦੇਖਦੇ ਹਾਂ ਇੱਥੇ। ਇੱਥੇ ਲੀਸਟ ਕਾਸਟ ਹੈ ਜੀ 10, ਇਹਨੂੰ ਆਪਾਂ ਕੰਸੀਡਰ ਨਹੀਂ ਕਰ ਸਕਦੇ। ਇੱਥੇ ਹੈਗੀ ਆ 10, ਚਲੋ ਠੀਕ ਹੈ ਜੀ। ਇਹਦੇ ਵਿੱਚ ਲੀਸਟ ਕਾਸਟ ਹੈਗੀ ਹੈ ਜੀ 6, ਯਾਨੀ ਕਿ ਇਹ ਦੋਨਾਂ ਦਾ ਕੰਪੈਰੀਜ਼ਨ ਕਰੀਏ ਤਾਂ ਇਹ ਬੈਟਰ ਹੈ ਕਿਉਂਕਿ ਘੱਟ ਕਾਸਟ ਤੇ ਆਪਾਂ ਯੂਨਿਟ ਐਲੋਕੇਟ ਕਰ ਰਹੇ ਹਾਂ। ਚਲੋ ਫਿਰ ਇਹਦੇ ਤੇ ਦੇਖਦੇ ਹਾਂ। ਇਹਦੇ ਤੇ ਲੀਸਟ ਕਾਸਟ ਹੈ 5 ਆਪਾਂ ਕੰਸੀਡਰ ਨਹੀਂ ਕਰਨਾ। ਇਹਦੇ ਤੇ ਕਾਸਟ ਵੀ ਹੈ 6, ਲੀਸਟ ਕਾਸਟ 6। ਮਤਲਬ ਜੇ ਆਪਾਂ ਇਹਦੀ ਗੱਲ ਕਰੀਏ, ਇਹਦੇ ਵਿੱਚ ਲੀਸਟ ਕਾਸਟ ਹੈ 10, ਇਹਦੇ ਵਿੱਚ ਲੀਸਟ ਕਾਸਟ ਹੈ 6, ਇਹਦੇ ਵਿੱਚ ਲੀਸਟ ਕਾਸਟ ਹੈ 6, ਜਿੱਥੇ ਆਪਾਂ ਐਲੋਕੇਸ਼ਨ ਕਰ ਸਕਦੇ ਹਾਂ। ਹੁਣ ਆਪਾਂ ਇਹਨੂੰ ਤਾਂ ਇਗਨੋਰ ਕਰ ਦਾਂਗੇ। ਹੁਣ ਇਹ ਦੋਨਾਂ ਨੂੰ ਚੈੱਕ ਕਰਾਂਗੇ। ਇਹਦੇ ਤੇ ਕਿੰਨੀ ਐਲੋਕੇਸ਼ਨ ਹੋ ਸਕਦੀ ਹੈ 50 90, ਤਾਂ ਇੱਥੇ ਕਿੰਨਾ ਆਊਗਾ 50। ਇਹਦੇ 'ਚ ਕਿੰਨੀ ਐਲੋਕੇਸ਼ਨ ਹੋ ਸਕਦੀ ਹੈ 150 50 50। ਮਤਲਬ ਦੋਨੋਂ ਕੇਸਿਸ 'ਚ 50 ਐਲੋਕੇਸ਼ਨ ਹੋ ਰਹੀ ਹੈ। ਜਿੱਥੇ ਮਰਜ਼ੀ ਤੁਸੀਂ ਕਰ ਸਕਦੇ ਹੋ, ਕੋਈ ਇਸ਼ੂ ਨਹੀਂ ਹੈ। ਮੈਂ ਚਲੋ ਇਹਨੂੰ ਚੂਜ਼ ਕਰ ਲਿਆ ਜੀ 50। ਤਾਂ ਉਹਦੇ ਨਾਲ ਇਹ ਵੀ ਖਤਮ ਹੋ ਗਿਆ। ਯਾਨੀ ਕਿ ਹੁਣ ਆਪਣੇ ਕੋਲ ਜੇ ਆਪਾਂ 5th ਐਲੋਕੇਸ਼ਨ ਦੀ ਗੱਲ ਕਰੀਏ ਤਾਂ ਇੱਥੋਂ 50 ਆਪਾਂ ਮਾਈਨਸ ਕਰਤਾ, ਤਾਂ ਆਪਣੇ ਕੋਲ ਇੱਥੇ ਬਚ ਗਿਆ ਜੀ 40 ਯੂਨਿਟ। ਡਨ ਜੀ। ਐਂਡ ਇਹ ਵੀ ਨਹੀਂ ਕਰਨਾ, ਇਹ ਵੀ ਨਹੀਂ ਕਰਨਾ, ਇਹ ਵੀ ਨਹੀਂ ਕਰਨਾ, ਇਹ ਆਪਾਂ ਕੈਲਕੂਲੇਟ ਹਜੇ ਕਰਨਾ ਹੈ। ਐਂਡ ਜੇ 5th ਦੀ ਵਾਰੀ ਆਈ ਹੈ ਤਾਂ ਹੁਣ ਆਪਾਂ ਚੈੱਕ ਕਰਾਂਗੇ ਜੀ ਪੈਨਲਟੀ 5th ਕੈਲਕੂਲੇਟ ਕਰਾਂਗੇ। ਇਸ ਰੋ ਦੀ ਜੇ ਪੈਨਲਟੀ ਫਾਈਂਡ ਕਰਾਂਗੇ 10 ਐਂਡ 12 ਦਾ ਡਿਫਰੈਂਸ 2, ਕਿਉਂਕਿ ਇਹਨੂੰ ਆਪਾਂ ਕੰਸੀਡਰ ਨਹੀਂ ਕਰ ਰਹੇ, ਪੂਰਾ ਹੋ ਚੁੱਕਿਆ ਆ। ਇਹ ਆਪਾਂ ਕੈਲਕੂਲੇਟ ਨਹੀਂ ਕਰਨਾ, ਇਹ ਆਪਾਂ ਕੈਲਕੂਲੇਟ ਨਹੀਂ ਕਰਨਾ। ਇਹਨਾਂ ਦੋਨਾਂ ਦਾ ਡਿਫਰੈਂਸ 0। ਇਸ ਤਰ੍ਹਾਂ ਕੈਲਕੂਲੇਟ ਕਰਾਂਗੇ ਤਾਂ ਆਪਾਂ ਕਿਹੜਾ ਕਾਲਮ ਯੂਜ਼ ਕਰਨਾ, ਇੱਕ ਇਹ ਯੂਜ਼ ਕਰਨਾ ਹੈ ਜੀ, ਇੱਕ ਲਾਸਟ ਯੂਜ਼ ਕਰਨਾ ਹੈ। 10 ਐਂਡ 8 ਦਾ ਡਿਫਰੈਂਸ 2, 12 ਐਂਡ 8 ਦਾ ਡਿਫਰੈਂਸ 4, ਹਾਈਐਸਟ ਪੈਨਲਟੀ 4, ਕਿਉਂਕਿ ਨੀਚੇ 2 ਹੈ ਉੱਪਰ 4 ਹੈ। ਇਹਦੇ 'ਚ ਲੀਸਟ ਕਾਸਟ 6 ਹੈ, ਇਹ ਆਲਰੇਡੀ ਯੂਜ਼ ਹੋ ਚੁੱਕੀ ਹੈ, ਇਹ ਵੀ ਯੂਜ਼ ਹੋ ਚੁੱਕੀ ਹੈ। ਲੀਸਟ ਕਾਸਟ ਆ ਗਈ ਜੀ ਆਪਣੇ ਕੋਲੇ, ਇਹ ਵੀ ਯੂਜ਼ ਹੋ ਚੁੱਕੀ ਹੈ। ਆਪਣੇ ਕੋਲ ਲੀਸਟ ਕਾਸਟ ਹੈ ਜੀ, ਕਿਹਦੇ ਵਿੱਚੋਂ ਦੇਖਣਾ, ਇਹਦੇ ਔਰ ਇਹਦੇ ਵਿੱਚੋਂ ਦੇਖਣਾ ਹੈ। 8 ਐਂਡ 12 'ਚ ਲੀਸਟ ਕਾਸਟ ਹੈ ਜੀ ਤੁਹਾਡੇ ਕੋਲੇ 8, ਤੇ ਐਲੋਕੇਸ਼ਨ ਕਿੰਨੀ ਹੋ ਗਈ ਇੱਥੇ 40, ਤਾਂ ਇੱਥੇ ਕਿੰਨਾ ਬਚ ਗਿਆ 110। ਤਾਂ ਇਹਦੇ ਨਾਲ ਹੁਣ ਤੁਸੀਂ ਕਾਲਮ ਵਾਈਜ਼ ਦੇਖਿਆ ਜਾਵੇ ਤਾਂ 4 ਕਾਲਮ ਤੁਹਾਡੇ ਆਲਰੇਡੀ ਐਗਜ਼ੌਸਟ ਹੋ ਚੁੱਕੇ ਨੇ, ਸਿਰਫ ਇੱਕ ਕਾਲਮ ਬਚਿਆ। ਤੇ ਹੁਣ ਆਪਾਂ ਇੱਥੇ ਐਲੋਕੇਸ਼ਨ ਕਰ ਦਾਂਗੇ ਜਿੰਨੀ ਵੀ ਹੈ। ਪਹਿਲਾਂ ਆਪਾਂ ਇਹਨਾਂ ਦੋਨਾਂ ਦੀ ਇੱਥੇ ਹੀ ਐਲੋਕੇਸ਼ਨ ਹੋਣੀ ਹੈ ਹੁਣ ਸਿਰਫ। ਤਾਂ ਪਹਿਲਾਂ ਆਪਾਂ 10 ਤੇ ਕਰਾਂਗੇ ਲੀਸਟ ਕਾਸਟ, ਉੱਥੇ ਹੈਗਾ ਜੇ 40, ਇੱਥੇ ਹੈਗਾ 150, 40, ਤਾਂ ਇੱਥੇ ਬਚ ਗਿਆ 110, ਦੈਨ 110 110, ਰਾਈਟ ਜੀ। ਇਹ ਸੀਗਾ ਤੁਹਾਡਾ ਇਨੀਸ਼ੀਅਲ ਫਿਜ਼ੀਬਲ ਸੋਲਿਊਸ਼ਨ ਵਿਦ ਦੀ ਹੈਲਪ ਆਫ ਵੋਗਲਸ ਅਪਰੋਕਸੀਮੇਸ਼ਨ ਮੈਥਡ। ਹੁਣ ਆਪਾਂ ਇਸੇ ਕੁਐਸਚਨ ਤੇ ਲਗਾਵਾਂਗੇ ਆਪਟੀਮਿਲਿਟੀ ਟੈਸਟ। ਕਿਹੜਾ ਮੈਥਡ ਲਗਾਵਾਂਗੇ, ਮੋਦੀ। ਤਾਂ ਮੋਦੀ ਮੈਥਡ ਲਗਾਉਣ ਦੇ ਲਈ ਅਗੇਨ ਆਪਾਂ ਨੂੰ ਰੋਜ਼ ਐਂਡ ਕਾਲਮਸ ਦੀ ਵੈਲਿਊ ਫਾਈਂਡ ਕਰਨੀ ਹੁੰਦੀ ਹੈ, ਬਟ ਇਸ ਟੇਬਲ 'ਚ ਨਹੀਂ ਕਰਨਾ। ਤੁਸੀਂ ਜਦੋਂ ਸੋਲਵ ਕਰੋਗੇ ਤਾਂ ਇਹ ਟੇਬਲ ਦੁਬਾਰਾ ਬਣਾ ਲਓਗੇ ਔਰ ਉਹਦੇ ਤੇ ਸਿਰਫ ਆਹ ਵੈਲਿਊਜ਼ ਨੂੰ ਛੱਡ ਕੇ ਸਿਰਫ ਕੈਪੈਸਿਟੀ ਐਂਡ ਰਿਕੁਆਇਰਮੈਂਟ ਤੱਕ ਇੰਨਾ ਪੋਰਸ਼ਨ ਤੁਸੀਂ ਦੁਬਾਰਾ ਰਾਈਟ ਕਰ ਲਓਗੇ ਔਰ ਉਸ ਟੇਬਲ ਦੇ ਵਿੱਚ, ਉਸ ਮੈਟ੍ਰਿਕਸ ਦੇ ਵਿੱਚ ਤੁਸੀਂ ਸਾਰੀ ਕੈਲਕੂਲੇਸ਼ਨ ਸ਼ੋ ਕਰੋਗੇ ਆਪਟੀਮਿਲਿਟੀ ਟੈਸਟ ਦੀ। ਮੈਂ ਇਹਨੂੰ ਰੇਜ਼ ਨਹੀਂ ਕਰ ਰਿਹਾ, ਇੱਥੇ ਹੀ ਤੁਹਾਨੂੰ ਕਰਕੇ ਦਿਖਾਣਾ। ਤਾਂ ਇਹ ਜਿਹੜੀਆਂ ਤੁਹਾਡੀਆਂ ਵੈਲਿਊਜ਼ ਨੇ ਆਲਰੇਡੀ ਆਪਾਂ ਇਹਨਾਂ ਦੇ ਨੇਮ ਲਿਖੇ ਹੋਏ ਆ ਜੀ, ਆ ਲਓ ਜੀ। ਹੁਣ ਮੈਂ ਇਹਨੂੰ ਮੰਨ ਲਿਆ ਜੀ R1 R2 R3,
K1 K2 K3 K4 K5 R1 ਨੂੰ ਮੈਂ ਮੰਨ ਲਿਆ 0 ਜਿਵੇਂ ਕਿ ਆਪਾਂ ਪਹਿਲਾਂ ਮੋਦੀ ਮੈਥਡ ਕੀਤਾ ਹੈ ਰੋ 1 ਦੀ ਵੈਲਿਊ ਨੂੰ ਅਸਿਊਮ ਕਰ ਲਿਆ 0 ਤੇ ਸਟੋਨ ਸਕੁਆਇਰ ਸੌਰੀ ਪਹਿਲਾਂ ਆਪਾਂ ਕੀ ਚੈੱਕ ਕਰਨਾ ਹੈ ਰਿਮ ਰਿਕੁਆਇਰਮੈਂਟ 1 2 3 1 2 3 4 5 3 plus 5 minus 1 8 and minus 1 7 1 2 3 4 5 6 7 मतलब ਇਹ क्वेश्चन ਡੀਜਨਰੇਟ नहीं हैगा इस क्वेश्चन ਨੂੰ सॉल्व किया जा सकता है चलो इसलिए आप फॉलो कर रहे हैं अगे R1 की वैल्यू 0 स्टोन स्क्वायर इत्थे है जी ਇਹਦੀ हेल्प ਦੇ ਨਾਲ ਆਪਾਂ K4 की वैल्यू करांगे कैलकुलेट 0 माइनस 0 इक्वल्स टू 0 राइट जी हुण तुहाडे कोल इहदी वैल्यू आ गई है इहदी हेल्प दे नाल इत्थे स्टोन स्क्वायर है तो आपां R2 की वैल्यू फाइंड कर सकते हैं 3 माइनस 0 वैल्यू आ गई R2 की 3 हुण R2 की वैल्यू दे नाल तुहाडे कोल वैल्यू इत्थे हैगी है जी R2 च आपां K1 फाइंड करांगे 2 माइनस 3 यानी कि माइनस 1 दैन अपने को इत्थे वैल्यू हैगी है जी K2 फाइंड करांगे 10 माइनस 3 वैल्यू आ गई जी 7 दैन अपने को इत्थे भी वैल्यू हैगी है जी K3 फाइंड करांगे 6 माइनस 3 वैल्यू आ गई 3 ये वैल्यू अपने को ऑलरेडी हैगी है कैलकुलेटेड है हुण आपां इहदे विच कोई होर वैल्यू है नहीं गी जी जिहड़ियां दो वैल्यूज़ फाइंड हो सकदियां सी ओह दोनों कैलकुलेटेड ने इहदे विच एक वैल्यू है दैट इज़ R3 जिहड़ी आपां फाइंड कर सकते हैं 12 माइनस 7 दैन वैल्यू आ गई तुहाडे कोले 5 दैन इहदी हेल्प दे नाल R3 दी हेल्प दे नाल आपां करांगे K5 8 माइनस 5 मीनस K5 आ गया जी तुहाडे को 3 क्लीयर है जी ये अपने कोले R एंड K दियां वैल्यूज़ फाइंड हो गई हुण आपां कैलकुलेट करांगे अपॉर्चुनिटी कॉस्ट किस तरह वाटर स्क्वायर दी कॉस्ट माइनस R दी वैल्यू माइनस K दी वैल्यू 2 माइनस 0 माइनस माइनस 1 राइट जी 2 माइनस 0 माइनस माइनस 1 मीनस माइनस 1 इत्थे प्लस हो जाएगा तो वैल्यू आ जाएगी तुहाडे को 3 दैन सैकेंड वाटर स्क्वायर 10 माइनस 0 माइनस 7 वैल्यू आ गई 3 5 माइनस 0 माइनस 3 वैल्यू आ गई जी 2 8 माइनस 0 माइनस 3 वैल्यू आ गई जी 5 दैन सैकेंड रो दे विच सिर्फ इक्को ही वाटर स्क्वायर है इहदी वैल्यू फाइंड करांगे 8 माइनस 3 माइनस 3 वैल्यू आ गई 2 दैन रो 3 7 माइनस 5 एंड माइनस माइनस 1 ठीक है जी क्योंकि इत्थे माइनस 1 है 7 माइनस 5 वैल्यू आ गई 2 2 चो माइनस करांगे माइनस 1 मतलब वो प्लस हो जाएगा तो इतने वैल्यू आ जाएगी 3 6 माइनस 5 एंड उत्थे वैल्यू कितनी है जी हाँ 6 माइनस 5 एंड माइनस 3 इतने वैल्यू आ गई तुहाडे को नैगेटिव ओके 6 माइनस 5 1 1 चो माइनस 3 किते तो इतने आ गई जी माइनस 2 5 माइनस 5 माइनस 0 वैल्यू आ गई जी 0 इस तरह तुहाडे कोल ये सारियां अपॉर्चुनिटी कॉस्ट कैलकुलेट हो गई ने हाँ जी एक वैल्यू अपनी ये हुण आई है जी जिहड़ी अपॉर्चुनिटी कॉस्ट है वो नैगेटिव च है बाकी सारियां अपॉर्चुनिटी कॉस्ट जिहड़ियां अपनियां ने वो पॉजिटिव ने तो हुण आपां नूं की करना पऊगा इस नैगेटिव अपॉर्चुनिटी वाली प्लेस दे उत्ते आपां नूं लूप लगाना पऊगा ਤਾਂ ਜੋ ਆਪਾਂ ਇਹਦੀ ਪੋਜੀਸ਼ਨਿੰਗ ਚੇਂਜ ਕਰ ਸਕੀਏ ਤਾਂ ਸ਼ਾਰਟੈਸਟ ਲੂਪ ਆਪਾਂ ਇੱਥੇ ਬਣਾਵਾਂਗੇ ਜਿੱਥੋਂ ਸਟਾਰਟ ਕੀਤਾ ਪਲੱਸ ਮਾਈਨਸ ਮਾਈਨਸ ਵਾਲੇ ਸੈਲਸ ਨੂੰ ਆਪਾਂ ਦੇਖਾਂਗੇ ਇੱਥੇ ਹੈ ਜੀ ਆਪਣੇ ਕੋਲ 50 ਇੱਥੇ ਹੈਗਾ 110
मतलब 50 ਆਪਾਂ दोनों माइनस वाले सैल चों माइनस करांगे और प्लस वाले सैल दे विच प्लस करांगे। सिर्फ ये 4 मैं तुहानूं सैल इत्थे नवें बना के दिखा रहा जी, तां जो तुहानूं ये समझ आ जाए की कर रहा मैं। इत्थे है जी तुहाडे कोल कॉस्ट 10, इत्थे है जी 6, इत्थे है जी 12, इत्थे है जी 6। एलोकेशन दे विच इत्थे है 50, आपां कह रहे हैं कि यह हैगा जी 50 माइनस दा सैल, ये है माइनस दा सैल 110, ये है 40 प्लस दा, ये वाटर सैल है। तो आपां माइनस वाला सैल जिहड़े दो ने इहदे विचों जिहड़ा लीस्ट वैल्यू वाला सैल है वो वैल्यू नूं आपां माइनस वाले सैल चों माइनस कर देना है। 50 नूं 50 चों माइनस कीता तां ये हो गया वाटर सैल, 40 च 50 नूं प्लस करांगे तां ये हो जाऊगा जी 90 एंड 110 दे विचों आपां 50 नूं माइनस करांगे तां अपने को वैल्यू कितनी आ जाएगी जी, हाँ जी 110 चो आपां 50 माइनस करना है तो अपने को वैल्यू आ जाएगी 60 एंड लास्ट दे विच आपां इत्थे 6 जिथे है इत्थे आपां ऐड कर दांगे जी 50, राइट जी। इत्थे अपने कोल वैल्यू आ गई जिथों आपां स्टार्ट किया है नैगेटिव अपॉर्चुनिटी कॉस्ट वाला सैल, उत्थे -2 सीगा, उत्थों आपां लूप बनाया, शॉर्टेस्ट लूप बनाया तो चेंज करके आ वैल्यूज़ अपने कोल आउणगियां। जे चेंज करके ये वैल्यूज़ आउणगियां तो तुसीं इत्थे एक नवा टेबल बनाओगे, बट मैं इसे टेबल दे विच करैक्शन कर रहा जी, उहदे नाल तुहानूं दिखाऊंगा, बाकी सारियां वैल्यूज़ सेम रहणगियां। ते आ वैल्यू मैं रिप्लेस कर रहा इत्थे टेबल दे विच सारियां वैल्यूज़ नूं रिमूव करके, तां जो तुसीं समझ सको। नैक्सट जिहड़ा टेबल बनाओगे तुसीं ये वैल्यूज़ उहदे विच लिखोगे तो अपने कोल इत्थे वैल्यू आ गई जी 90, इत्थे आ गई जी 60 एंड इत्थे आ गई तुहाडे कोले 50, राइट है जी। ये अपने कोल बन गया नवा टेबल ते इहदे विचों आपां सारियां रोज़ दियां वैल्यूज़, कॉलम दियां जिहड़ियां वैल्यूज़ सीगियां वो भी दोबारा कैलकुलेट करनियां ने, इसलिए मैं इत्थों रिमूव कर रहा। तुसी नवा टेबल बनाओगे, जिन्नियां अपॉर्चुनिटी कॉस्ट फाइंड कीतियां सी वो सारियां आपां इहदे विचों माइनस कर देवांगे, रिमूव करतियां मैं। ये बन गया जी तुहाडा नवा टेबल। अगेन आपां 1 2 3 4 5 6 7 रिम रिक्वायरमेंट चैक कर ली, R1 की वैल्यू मैं 0 ज्यूम कर ली, उहदी हैल्प दे नाल स्टोन स्क्वायर की हैल्प दे नाल वैल्यू मैं K4 की फाइंड की, K4 की हैल्प दे नाल मैं R2 की वैल्यू 3 माइनस 0 करके 3 एंड फिर 2 माइनस 3 करके -1, 10 माइनस 3 करके 7, 3 माइनस 3 करके 0 ऑलरेडी अपने को वैल्यू पहला ही सीगी एंड ये होर नहीं हो सकती। 12 माइनस 7 करके 5, 6 माइनस 5 करके -1 एंड 8 माइनस 5 करके वैल्यू 3, राइट जी। R1 और R और K दी वैल्यूज़ फाइंड हो गई। हुण आपां अपॉर्चुनिटी कॉस्ट फाइंड करते हैं। 2 माइनस 1 एंड 0 मतलब अपॉर्चुनिटी कॉस्ट आ गई जी तुहाडे को 3, 10 माइनस 7 वैल्यू आ गई 3, 5 माइनस 1 मतलब वैल्यू आ गई 6, 8 माइनस 3 वैल्यू आ गई जी 5, 6 माइनस 1 बन गया 7, 7 माइनस 3 वैल्यू आ गई 4, 8 माइनस 3 मतलब वैल्यू आ गई जी 2 एंड इत्थे है तुहाडे कोले 7 माइनस -1 आ गया 8, 8 माइनस 5 वैल्यू आ गई 3 एंड 5 माइनस 5 वैल्यू आ गई जी 0, राइट है जी। तो ये तुहाडी हुण जिन्नियां भी अपॉर्चुनिटी कॉस्ट सीगियां वो सारियां दियां सारियां अपने कोल इत्थे आ गईयां ने जी पॉजिटिव। ਇਹਦੇ ਨਾਲ सिर्फ पोजीशनिंग अपनी चेंज हुई है कि ਜਿਹੜਾ 50 ਇੱਥੇ ਸੀਗਾ ਉਹ ਇੱਥੇ ਆ ਗਿਆ और आ वैल्यू माइनस हो गई, ਜਿਹਦੇ ਨਾਲ ਜਦੋਂ ਆਪਾਂ सिलेक्शन ਕੀਤੀ ਸੀ ਇੱਥੇ
कि आप A60 सिलेक्ट करना है या सैल सिलेक्ट करना है 16 नहीं, तो आप वैल्यू ए सिलेक्ट की सी, जे आप ए की होंगी मे बी तुहानू दोबारा ये यानी कि स्टैप करना ही ना पैंदा। तो इस करके आपां एक बार इत्थे स्टैपिंग स्टोन ट्रांसपोर्टेशन कॉस्ट नू कैलकुलेट लोएस्ट कड्ढण वास्ते आपां नू कैलकुलेशन करनी पई। तो हुण आपां गल करांगे कि इहदा क्वेश्चन दा आंसर किवें फाइंड करना है। ਉਹਦੇ ਲਈ मैं आ नीचे वाली ਜਿਹੜੀਆਂ वैल्यूज़ ने ਜਿਹੜੀਆਂ कि फर्स्ट टेबल ਦੀਆਂ वैल्यूज़ ਸੀਗੀਆਂ मैं ਉਹ रिमूव कर रहा जी। राइट है जी, सारियां पेनल्टीज मैं रिमूव कर दी ने। एंड वैल्यू फाइंड करनी है इत्थों और इत्थों, दो आपां टेबल इत्थे पैरेलल यूज करांगे। किवें? क्योंकि आपां ने बेसिकली मैक्सिमम प्रॉफिट फाइंड करना है। शेड्यूल फाइंड हो गया। शेड्यूल की है जी? S1 टू F4 यूनिट सप्लाई कर रहे हैं जी 80, S1 टू F4। इस तरह S2 टू F1 यूनिट सप्लाई हो रहा है जी 10, S2 टू F2 यूनिट सप्लाई हो रहा 90, S2 टू F4 यूनिट सप्लाई हो रहा जी 20, दैन S3 टू F2 यूनिट सप्लाई कर रहे हैं जी 60, S3 टू F3 यूनिट सप्लाई हो रहा है जी 50, दैन S3 टू F5 डमी जिहड़ा आपां कॉलम क्रिएट किया सी बैलेंस्ड करने वास्ते उत्थे आ गए जी 40 यूनिट। दैन हुण आपां ये अपने को गिवन सी कॉस्ट, क्योंकि आपां लॉस मैट्रिक्स क्रिएट किया सी ड्यू टू कि आपां मैथड्स अप्लाई करने सी, उहदे लई आपां लॉस मैट्रिक्स दे उत्ते ही मैथड अप्लाई हो सकते सी। बट आपां नूं क्वेश्चन च पुछया गया है प्रॉफिटेबिलिटी, तो प्रॉफिटेबिलिटी दे लई आपां जिहड़ा प्रॉफिट मैट्रिक्स है उहदियां वैल्यूज़ दे नाल इहनूं मल्टीप्लाई करांगे। तो आपां प्रॉफिट मैट्रिक्स चों वैल्यूज़ देखांगे। S1 F4, S1 F4 दी हाईएस्ट वैल्यू मैं सर्कल की है जी 8, इत्थे 8 ना मल्टीप्लाई करांगे। S2 टू F1 जिहड़ी वैल्यू है दैट इज 6, S2 टू F2 वैल्यू है -2, दैन S2 टू F4 5, S3 टू F2 -4 and S3 to F3 2 and लास्ट है S3 to डमी F5 0। तो ये वैल्यूज़ हुण आपां कैलकुलेट कर लो जी, फिर टोटल लगा लो, वो अपने को आ जाएगा आंसर 640 60 -180 100 240 माइनस द 100 एंड 0। दैन इहदा जिहड़ा टोटल तुहाडा है जी वो तुसी कैलकुलेट कर लो। आई थिंक टोटल इहदा हैगा जी 480 रुपीज़। ये अपना है जी मैक्सिमम प्रॉफिट। तो इस तरह आप कैलकुलेट करांगे प्रॉफिट मैक्सीमाइजेशन जिहड़ी प्रॉब्लम होगी उसनूं। प्रॉफिट मैक्सीमाइजेशन च मैं एक बार फिर रिपीट कर दिना, जे प्रॉफिट मैक्सीमाइजेशन का क्वेश्चन आता है तो सब तो पहला उन्होंने लॉस मैट्रिक्स कन्वर्ट करांगे। लॉस मैट्रिक्स कन्वर्ट करने का तरीका की है, हाईएस्ट वैल्यू प्रॉफिट मैट्रिक्स की फाइंड करांगे। उस हाईएस्ट वैल्यू दे विचों सारा मैट्रिक्स दियां वैल्यूज़ आपां 1 बाय 1 माइनस करके एक नवा लॉस मैट्रिक्स बनावांगे। उस लॉस मैट्रिक्स दे उपर फिर तुसीं
ट्रांसपोर्टेशन ਦੇ ਜਿਹੜੇ ਮੈਥਡ ਨੇ ਇਨੀਸ਼ੀਅਲ ਫਿਜ਼ੀਬਲ ਸੋਲੂਸ਼ਨ ਫਾਈਂਡ ਕਰਨ ਦੇ ਔਰ ਆਪਟੀਮਿਲਿਟੀ ਟੈਸਟ ਦੇ ਉਹ ਲਗਾਓਗੇ, ਉਹਦੇ ਨਾਲ ਤੁਹਾਡਾ ਆਨਸਰ ਆਏਗਾ। ਬਟ ਫਾਈਨਲ ਆਨਸਰ ਫਾਈਂਡ ਕਰਨ ਲਈ ਜੇ ਤੁਹਾਨੂੰ ਪ੍ਰੋਫਿਟ ਪੁੱਛਿਆ ਗਿਆ ਵਾ ਮੈਕਸਿਮਮ ਪ੍ਰੋਫਿਟ, ਤਾਂ ਜਿਹੜੀ ਤੁਸੀਂ ਲਾਸਟ 'ਚ ਮਲਟੀਪਲਾਈ ਕਰਦੇ ਹੋ ਵੈਲਿਊ ਨੂੰ, ਉਹ ਕਾਸਟ ਨਾਲ ਮਲਟੀਪਲਾਈ ਨਹੀਂ ਕਰਨਾ, ਉਹ ਜਿਹੜਾ ਇਹਦੇ ਅਗੇਂਸਟ ਆਪਣੇ ਕੋਲੇ ਪ੍ਰੋਫਿਟ ਮੈਟ੍ਰਿਕਸ ਹੈ ਉਹਦੀਆਂ ਵੈਲਿਊਜ਼ ਦੇ ਨਾਲ ਮਲਟੀਪਲਾਈ ਕਰਕੇ ਤੁਸੀਂ ਆਨਸਰ ਕੱਢਣਾ ਹੈ, ਜਿਵੇਂ ਆਪਾਂ ਇੱਥੇ ਕੈਲਕੂਲੇਟ ਕੀਤਾ ਹੈ। ਤਾਂ ਇਹਦੇ ਨਾਲ ਆਪਣੇ ਟਰਾਂਸਪੋਰਟੇਸ਼ਨ ਕਾਸਟ ਦੇ, ਟਰਾਂਸਪੋਰਟੇਸ਼ਨ ਪ੍ਰੋਬਲਮਸ ਦੇ ਸਾਰੇ ਮੈਥਡਸ ਜਾਂ ਸਾਰੇ ਟੌਪਿਕਸ ਕਵਰ ਹੋ ਗਏ ਨੇ। ਤੇ ਹੁਣ ਅਸੀਂ ਨੈਕਸਟ ਵੀਡੀਓ ਦੇ ਵਿੱਚ ਮੈਂ ਟਰਾਈ ਕਰਾਂਗਾ ਕਿ ਇੱਕ ਵਾਰ ਨੈਕਸਟ ਵੀਡੀਓ ਤੁਹਾਡੇ ਨਾਲ ਇੱਕ ਸ਼ੇਅਰ ਕਰੂੰਗਾ ਟਰਾਂਸਪੋਰਟੇਸ਼ਨ ਪ੍ਰੋਬਲਮ ਦੀ, ਤੇ ਉਹਦੇ ਵਿੱਚ ਤੁਹਾਨੂੰ ਕੁਝ ਮੈਂ ਕੁਐਸਚਨਸ ਡਿਸਕਸ ਕਰਾਂਗਾ ਤੁਹਾਡੇ ਨਾਲ, ਤਾਂ ਜੋ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਸੋਲਵ ਕਰਨਾ ਹੈ ਜਾਂ ਕੁਐਸਚਨਸ ਨੂੰ ਕਿੱਦਾਂ ਫਾਰਮੂਲੇਟ ਕਰਨਾ। ਪਹਿਲਾਂ ਕੁਐਸਚਨ ਵੀ ਫਰੇਮ ਕਰਨਾ ਪੈਂਦਾ, ਜਿਹੜਾ ਅੱਜ ਆਪਾਂ ਕੁਐਸਚਨ ਵੀਡੀਓ ਦੇ ਵਿੱਚ ਕਵਰ ਕੀਤਾ ਹੈ ਉਹਨੂੰ ਆਪਾਂ ਪਹਿਲਾਂ ਪ੍ਰੋਬਲਮ ਨੂੰ ਵੀ ਫਰੇਮ ਕਰਨਾ ਪਿਆ, ਦੈਨ ਆਪਾਂ ਉਹਨੂੰ ਸੋਲਵ ਕਰ ਸਕੇ ਹਾਂ। ਇਸ ਤਰ੍ਹਾਂ ਦਾ ਪ੍ਰੋਬਲਮ ਵੀ ਕੁਐਸਚਨ ਜਿਹੜਾ ਹੈ ਪੇਪਰ 'ਚ ਆ ਸਕਦਾ ਹੈ। ਤਾਂ ਕੁਝ ਮੈਂ ਤੁਹਾਡੇ ਨਾਲ ਵਧੀਆ ਕੁਐਸਚਨ ਜਿਹੜੇ ਆ ਉਹ ਸ਼ੇਅਰ ਕਰਾਂਗਾ ਨੈਕਸਟ ਵੀਡੀਓ ਦੇ ਵਿੱਚ। ਬਾਕੀ ਆਪਾਂ ਜਿੰਨੇ ਵੀ ਟੌਪਿਕ ਟਰਾਂਸਪੋਰਟੇਸ਼ਨ ਪ੍ਰੋਬਲਮ ਦੇ ਵਿੱਚ ਸੀਗੇ ਉਹ ਆਪਾਂ ਸਾਰੇ ਕਵਰ ਕਰ ਲਏ ਨੇ, ਤੇ ਬਾਕੀ ਤੁਸੀਂ ਨੈਕਸਟ ਵੀਡੀਓਜ਼ ਮੇਰੀਆਂ ਚੈੱਕ ਕਰਦੇ ਰਹੋ। ਬਾਕੀ ਦੇ ਜਿੰਨੇ ਵੀ OR ਸਬਜੈਕਟ ਦੇ ਹੈਗੇ ਆ ਟੌਪਿਕਸ ਰਹਿੰਦੇ ਨੇ ਉਹ ਆਪਾਂ ਸਾਰੇ ਫਰਦਰ ਵੀਡੀਓਜ਼ ਦੇ ਵਿੱਚ ਕਵਰ ਕਰਾਂਗੇ। ਥੈਂਕ ਯੂ।